नमस्ते बहनों और भाइयों, मैं आपका दोस्त अमीन सायानी बोल रहा हूँ। जी हाँ, अमीन सायानी। ਕਦੇ-ਕਦੇ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਉਹ ਸਭ ਨਹੀਂ ਹੈ ਜੋ ਸਾਡੇ ਤੋਂ ਪਹਿਲੇ ਜਿਹੜੇ ਅਨਾਉਂਸਰ ਸੀ ਉਹਨਾਂ ਕੋਲ ਸੀ। ਇੱਕ ਸਮਾਂ ਹੁੰਦਾ ਸੀ ਜਦੋਂ ਰੇਡੀਓ ਹੀ ਸਭ ਕੁਝ ਹੁੰਦਾ ਸੀ ਔਰ ਲੋਕ ਉਹਨਾਂ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਸੀ ਕਿ ਉਹ ਰਾਤ ਨੂੰ ਆਪਣੇ ਸਿਰਹਾਣੇ ਜਾਂ ਫਿਰ ਆਪਣੇ ਛਾਤੀ ਤੇ ਰੱਖ ਕੇ ਜਿਹੜਾ ਰੇਡੀਓ ਸੁਣਦੇ ਹੁੰਦੇ ਸੀ। ਉਹਨਾਂ ਨੂੰ ਰੇਡੀਓ ਤੋਂ ਹੀ ਲਗਾਵ ਸੀ। ਜੋ ਵੀ ਸਿੱਖਿਆ ਉਹਨਾਂ ਨੇ ਸਿਰਫ ਤੇ ਸਿਰਫ ਰੇਡੀਓ ਤੋਂ ਹੀ ਸਿੱਖਿਆ। ਆਕਾਸ਼ਵਾਣੀ ਦੇ ਅਸੀਂ ਸਫ਼ਰ ਦੀ ਗੱਲ ਕਰੀਏ ਜਾਂ ਫਿਰ ਅਸੀਂ ਪਿੱਛੇ ਜਿਹੇ ਵੀ ਰੇਡੀਓ ਡੇ ਮਨਾ ਕੇ ਹਟੇ। ਲੇਕਿਨ ਇੱਥੇ ਇੱਕ ਯਾਦ ਆਉਂਦੀ ਹੈ ਗੱਲ ਕਿ ਰੇਡੀਓ ਕਿਉਂ ਬਣਿਆ, ਇੰਨਾ ਮਕਬੂਲ ਕਿਉਂ ਹੋਇਆ, ਕਿਉਂ ਇੰਨਾ ਹਰਮਨ ਪਿਆਰਾ ਬਣਿਆ। ਉਹਦੇ ਪਿੱਛੇ ਰਾਜ਼ ਹੈ ਕੁਝ ਆਵਾਜ਼ਾਂ ਦਾ ਔਰ ਕੁਝ ਆਵਾਜ਼ਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਅਸੀਂ ਗੋਲਡਨ ਵੌਇਸ ਕਹੀਏ ਜਾਂ ਜਿਹਨੂੰ ਅਸੀਂ ਖੁਦਾ ਦੀ ਆਵਾਜ਼ ਵੀ ਕਹੀਏ ਤਾਂ ਸ਼ਾਇਦ ਉਹ ਘੱਟ ਨਹੀਂ ਹੋਏਗਾ। ਅਸੀਂ ਜਦੋਂ ਵੀ ਨਵਿਆਂ ਨੂੰ ਦੇਖਦੇ ਆਏ ਹਾਂ, ਜਦੋਂ ਸਾਡਾ ਸਫ਼ਰ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਇੱਕੋ ਗੱਲ ਸਿਖਾਈ ਜਾਂਦੀ ਸੀ ਕਿ ਭਾਸ਼ਾ ਦਾ ਉਚਾਰਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਨੁਕਤੇ ਕਿਵੇਂ ਲਗਾਉਣੇ ਆ, ਹਰ ਇੱਕ ਚੀਜ਼। ਔਰ ਤੁਸੀਂ ਜਦੋਂ ਵੀ ਕਿਤੇ ਗੱਲ ਕਰੋ ਤਾਂ ਇੰਨੀ ਸਹਿਜਤਾ ਦੇ ਨਾਲ ਕਰੋ ਕਿ ਲੱਗੇ ਹੀ ਨਾ ਕਿ ਤੁਸੀਂ ਕੁਝ ਬਨਾਵਟੀ ਕਰ ਰਹੇ ਹੋ। ਜੋ ਤੁਸੀਂ ਅੰਦਰੋਂ ਉਹੀ ਬਾਹਰ ਦਿਖਾਓ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਸਾਡੇ ਆਦਰਸ਼ ਹੁੰਦੇ ਸੀ ਅਮੀਨ ਸਿਆਣੀ ਜੀ। ਅਮੀਨ ਸਿਆਣੀ ਜੋ ਸਾਨੂੰ ਵਿਛੋੜਾ ਦੇ ਗਏ ਨੇ। ਅਮੀਨ ਸਿਆਣੀ ਜਿਨ੍ਹਾਂ ਨੇ 42 ਸਾਲ ਤੱਕ ਆਪਣੇ ਸ਼ਾਨਦਾਰ ਅੰਦਾਜ਼ ਤੇ ਆਵਾਜ਼ ਦੇ ਨਾਲ ਲੋਕਾਂ ਨੂੰ ਰੇਡੀਓ ਦਾ ਦੀਵਾਨਾ ਬਣਾਇਆ। ਸ਼ੋਅ ਦਾ ਨਾਮ ਬਦਲ ਗਿਆ ਲੇਕਿਨ ਅਮੀਨ ਸਿਆਣੀ ਕਰਕੇ ਸ਼ੋਅ ਹਿੱਟ ਹੁੰਦਾ ਗਿਆ। ਬਿਨਾਂ ਕਾ ਗੀਤਮਾਲਾ। ਜੀ ਹਾਂ, ਦੇਖਿਆ ਜਾਵੇ ਤਾਂ 10 ਸਾਲ ਤੱਕ ਉਹਨਾਂ ਨੇ ਇੰਗਲਿਸ਼ ਪ੍ਰੋਗਰਾਮ ਜਿਹੜੇ ਕੀਤੇ ਸੀ। ਉਸ ਤੋਂ ਬਾਅਦ ਜਦੋਂ ਆਜ਼ਾਦੀ ਤੋਂ ਬਾਅਦ ਹਿੰਦੀ ਵੱਲ ਰੁਖ ਕੀਤਾ ਤਾਂ ਉਹਨਾਂ ਨੂੰ ਅਸਲ ਪਛਾਣ ਮਿਲੀ 1952 'ਚ ਸ਼ੁਰੂ ਹੋਏ ਰੇਡੀਓ ਸ਼ੋਅ ਗੀਤਮਾਲਾ ਤੋਂ। ਔਰ ਜਿਹੜੇ ਲੋਕ 60, 70, 80 ਦੇ ਦਸ਼ਕ ਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਮੀਨ ਸਿਆਣੀ ਜਿਨ੍ਹਾਂ ਨੇ 5000 ਤੋਂ ਜ਼ਿਆਦਾ ਰੇਡੀਓ ਪ੍ਰੋਗਰਾਮਸ ਵਿੱਚ ਆਪਣੀ ਆਵਾਜ਼ ਦਿੱਤੀ, 54,000 ਤੋਂ ਜ਼ਿਆਦਾ ਰੇਡੀਓ ਪ੍ਰੋਗਰਾਮ ਹੋਸਟ ਕੀਤੇ ਐਂਡ 19,000 ਦੇ ਕਰੀਬ ਜਿੰਗਲਸ ਐਂਡ ਵੌਇਸ ਓਵਰਸ। ਲੇਕਿਨ ਇਹਦੇ ਬਾਵਜੂਦ ਅਮੀਨ ਸਿਆਣੀ ਦਾ ਜਲਵਾ ਬਰਕਰਾਰ ਰਿਹਾ। ਹਰ ਕੋਈ ਚਾਹੁੰਦਾ ਸੀ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਾਡੇ ਤੱਕ ਪਹੁੰਚੇ। ਔਰ ਸਾਡੀ ਕੋਈ ਪ੍ਰਮੋਸ਼ਨ ਹੈ, ਅੱਜ ਅਸੀਂ ਪ੍ਰਮੋਸ਼ਨ ਦੇ ਦੌਰ ਦੀ ਗੱਲ ਕਰਦੇ ਹਾਂ, ਕੋਈ ਵੀ ਫਿਲਮ ਐਕਟਰ ਹੈ, ਫਿਲਮ ਐਕਟਰੈਸ ਹੈ, ਉਹਨਾਂ ਨੂੰ ਹੁੰਦਾ ਕਿ ਰੇਡੀਓ 'ਤੇ ਸਾਡੀ ਪ੍ਰਮੋਸ਼ਨ ਹੋ ਜਾਵੇ। ਲੇਕਿਨ ਅਮੀਨ ਸਿਆਣੀ ਦੇ ਮੂੰਹੋਂ ਇੱਕ ਲਫ਼ਜ਼ ਹੀ ਉਹਨਾਂ ਦੇ ਲਈ ਪ੍ਰਮੋਸ਼ਨ ਹੋ ਜਾਂਦਾ ਸੀ ਔਰ ਉਹੀ ਸਿਨੇਮਾ ਘਰਾਂ ਤੱਕ ਖਿੱਚ ਲਿਆਉਂਦੀ ਸੀ। ਅੱਜ ਸਾਡੇ ਨਾਲ ਬਣੇ ਹੋਏ ਨੇ ਜਨਸੱਤਾ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੈ। ਦੈਨਿਕ ਭਾਸਕਰ ਦਾ ਵੀ ਹਿੱਸਾ ਰਹੇ ਨੇ। ਮੇਰੀ ਮੁਰਾਦ ਹਿਮਾਚਲ ਦਸਤਕ ਦੇ ਐਡੀਟਰ ਹੇਮਨ ਜੀ ਜੋ ਕਿ ਬਹੁਤ ਹੀ ਜ਼ਿਆਦਾ ਰੇਡੀਓ ਦੇ ਨਾਲ ਪਿਆਰ ਕਰਦੇ ਰਹੇ ਨੇ ਔਰ ਰੇਡੀਓ ਦੇ ਨਾਲ ਇਹਨਾਂ ਦਾ ਇੱਕ ਬੜਾ ਗੂੜਾ ਨਾਤਾ ਮੈਂ ਕਹੂੰਗੀ, ਕਿਉਂਕਿ ਵਾਰਤਾ ਹੋਵੇ, ਇੰਟਰਵਿਊ ਹੋਵੇ ਤਾਂ ਗਾਹੇ ਬਗਾਹੇ ਜਿਹੜਾ ਹੈ ਰੇਡੀਓ ਉਹਨਾਂ ਨੂੰ ਸੱਦਾ ਹੀ ਰਹਿੰਦਾ। ਸੋ ਹੇਮਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੇਡੀਓ ਸਪਾਈਸ ਦੇ ਵਿਹੜੇ ਦੇ ਵਿੱਚ। ਅਮੀਨ ਸਿਆਣੀ ਹੋਰਾਂ ਦੇ ਨਾਲ ਤੁਹਾਡੀਆਂ ਵੀ ਯਾਦਾਂ ਜੁੜੀਆਂ ਹੋਣਗੀਆਂ ਹੈ ਨਾ। मैं थोड़ा आर्टिकल भी पढ़ रही थी, की कहना चाहोगे तुसी? देखिए हम तो रेडियो सुन के ही बड़े हुए हैं और रेडियो सुनने की एक वजह उस दौर में अमीन सियानी साहब भी थे जी। और मैं कल उनकी जब डेथ की खबर मिली तो उसके बाद एकदम बहुत सारी चीजें जैसे कहते कि आंखों के सामने से घूम गई। वो दौर था कि हम 8 बजे उनका कार्यक्रम आता था और हम कोई 7:30 पौने 8 बजे ही वो रेडियो ट्यून करने लग जाते थे कि उसको ही बस एग्जैक्ट वहीं पे जाके टिके जहाँ पे 8 बजे आएगा बहनों और भाइयों जी। और वो आवाज एक ऐसी आवाज थी जो पूरे देश की आवाज बन गई और पूरे देश को इश्क था उस आवाज से जी। कि मैं कहता हूँ कि जैसे शरीर में हीमोग्लोबिन घुल जाता है उसी तरह ये आवाज हम सभी के जहन में अभी भी ऐसे लगता है कि आप हल्की सी आंख बंद करें तो लगेगा कि अमीन सियानी कैसे बोलते थे। और पूरे जिसको एक जमाने में हिंदुस्तान की आवाज भी कहा गया, मतलब इतनी पॉपुलर वो आवाज हुई कि बिल्कुल घुल गई हम सभी के बीच में। और जैसे मैंने कहा भी कि गुलजार साहब की एक नज्म है जिसमें वो कहते हैं कि जैसे पान में महंगा इमाम घुलता है, इस तरह से उनकी आवाज हम सभी के, हम आप सभी के जहन में है, जो कि 80 के दशक में, 90 के दशक में जिन्होंने रेडियो सुना है जी। तो निश्चित तौर पे वो एक वो पायदान किया करते थे, एक पहला पायदान, दूसरा पायदान, तीसरा पायदान। और इस चक्कर में वो एक ऐसा पायदान खुद बन गए, एक ऐसी मीनार बन गए, मुझे नहीं लगता कि कभी वहां तक कोई पहुंच पाए। बिल्कुल सही।
ਵਾਕਈ ਤੁਸੀਂ ਉਹ ਜ਼ਮਾਨਾ ਵੀ ਦੇਖਿਆ, ਤੁਸੀਂ ਇਹ ਜ਼ਮਾਨਾ ਵੀ ਦੇਖਿਆ, ਮੇਰੇ ਵਰਗੇ ਵਾਹਿਆਤ ਰੇਡੀਓ ਅਨਾਉਂਸਰਸ ਵੀ ਦੇਖੇ ਤੁਸੀਂ। ਸੋ ਕੀ ਲੱਗਦਾ ਹੈ ਕਿ ਕੀ ਚੀਜ਼ ਮਿਸਿੰਗ ਹੈ ਜੋ ਅਮੀਨ ਸਿਆਣੀ ਤੇ ਖੈਰ ਕੋਈ ਵੀ ਨਹੀਂ ਬਣ ਸਕਦਾ ਹੈ ਨਾ, ਹਰ ਕੋਈ ਟਰਾਈ ਕਰਦਾ ਹੈ। ਅਮੀਨ ਸਿਆਣੀ ਸਾਡੇ ਸਭ ਦੇ ਆਈਡੀਅਲ ਸੀ। हर शख्स का एक अपना तरीका होता है, एक अपना अंदाज होता है, लेकिन जो अमीन सयानी साहब एक अंदाज हम सभी को दे गए और हम सभी के सामने जो रहा उनका, मुझे नहीं लगता कि ऐसा कभी, देखिए हम बात करते हैं कि बहुत सारे गायकों को कॉपी करते हैं, लता जी को, मोहम्मद रफी को, किशोर कुमार को, पूरे देश कॉपी करने की कोशिश करता रहा उनको कई बार, लेकिन उनके बाद अगर किसी को इस देश में, इस मुल्क में कॉपी किया गया तो वो अमीन सयानी साहब थे। उनकी आवाज, उनका अंदाज, जितने भी प्रस्तोता हुए, चाहे वो रेडियो से जुड़े, चाहे वो मंच संचालन से जुड़े, तो वो अमीन सयानी को उस तरह से कॉपी किया गया। मुझे नहीं लगता कि इसके अलावा कभी कोई इस तरह से ऐसी आवाज आई होगी और ऐसा अंदाज आया होगा। सबसे जो खूबसूरत पहलू था उनका कि जब भी आप अभी भी सुने YouTube पे, और ऐसा लग रहा है कि अमीन सयानी हमसे बात कर रहे हैं, मुझसे बात कर रहे हैं। बिल्कुल, तो जी। हाँ, तो कोई मिस नहीं करता था। अब ये जो कम्युनिकेशन है, अब जो ये संप्रेषणीयता है, अब आज के दौर में मैंने तो नहीं देखी उस लेवल की कि जहाँ पे हम कहें कि नहीं यार ये क्या बात है, ऐसा लग रहा है कि हम रेडियो सुनते ही रहे और ऐसा लग रहा है मैं उसका एक हिस्सा हूँ। तो वो एक हिस्सा, हम सब की जिंदगी का हिस्सा जैसे होता है ना कोई चीज, ऐसे इस तरह से उनका एक अंदाज था अमीन सयानी साहब। बिल्कुल जी, वाकई ਇਹੋ ਜਿਹਾ ਸ਼ੋਅ ਕਰਦੇ ਹੁੰਦੇ ਸੀ ਕਿ ਇੱਕ ਹਫਤੇ ਦੇ ਵਿੱਚ 50,000 ਲੈਟਰਸ। ਮੈਂ ਖੁਦ ਆਲ ਇੰਡੀਆ ਰੇਡੀਓ ਦਾ ਹਿੱਸਾ ਰਹੀ ਹਾਂ, ਮੈਂ ਦੇਖਿਆ ਕਿ ਮਤਲਬ ਥੱਦੇ ਆਉਂਦੇ ਹੁੰਦੇ ਸੀ, ਪੰਜਾਬੀ 'ਚ ਥੱਦੇ ਕਹਿੰਦੇ ਆਪਾਂ ਉਹਨੂੰ, ਜਿਹੜਾ ਕਿ ਢੇਰਾਂ ਦੇ ਢੇਰ ਜਿਹਨੂੰ ਆਪਾਂ ਕਹਿੰਦੇ, ਚਿੱਠੀਆਂ ਦੇ ਲੱਗ ਜਾਣੇ, ਚਿੱਠੀਆਂ ਮਿੱਠੀਆਂ ਪ੍ਰੋਗਰਾਮ ਵੀ ਕਾਫੀ ਕੀਤਾ। ਲੇਕਿਨ ਅੱਜ ਤੱਕ ਇੰਨੀਆਂ ਚਿੱਠੀਆਂ ਨਹੀਂ ਵੀ ਇੱਕ ਹਫਤੇ ਦੇ ਵਿੱਚ 50,000 ਲੈਟਰਸ, और ये जो मकबूलियत है वो अपने आप में बहुत रिकॉर्ड है इतनी चिट्ठियों का आना। और आप देखिए कि उस कार्यक्रम की या अमीन सयानी साहब की ताकत क्या थी कि जुमरी तलिया हम सभी के मुंह जुबान पे चढ़ गया। जी, जी, और जी। उस वक्त तो ये था कि मुझे बहुत बाद में पता लगा कि जुमरी तलिया सच में कोई शहर है ना, और सच में कोई कस्बा है। अदरवाइज तो जुमरी तलिया हमारे बातों में, हमारे गपशप में एक कन्वर्सेशन का हिस्सा हो गया था। अरे भैया जुमरी तलिया चले गए या जुमरी तलिया से आए हैं। तो आप देखें कि क्या ताकत थी उनके उस कार्यक्रम की। और वो मेरे हिसाब से क्या सभी के हिसाब से रेडियो के पहले और अंतिम सुपरस्टार थे। जैसे फिल्मों में कहते हैं ना, फलां सुपरस्टार है, फलां सुपरस्टार है, इस तरह का। और एक दौर तो ऐसा भी था कि लोग फिल्म देखने थिएटर में इसलिए भी जाते थे कि उसमें अमीन सयानी साहब की कमेंट्री है। तो और मतलब फिल्म कोई हीरो की वजह से ही हिट नहीं होती थी, अमीन सयानी की वजह से भी फिल्में हिट हुई है। तो मुझे लगता है कि ऐसी आवाज, ऐसा अंदाज ये कायनात में रहेगा हमेशा के लिए। जी बिल्कुल, जिवें तुसीं जिक्र किया कि तीन देवियां फिल्म देवानंद साहब दी है ना, और जी, देवानंद साहब की फिल्म थी जी। और ਉਹ ਸਿਨੇਮਾ ਘਰਾਂ ਤੱਕ ਪਹੁੰਚਾਉਣ ਵਾਲੀ ਉਹਨਾਂ ਦੀ ਹਵਾ ਸੀ। ਮੈਂ ਵੀ ਪੜ੍ਹਿਆ ਕਿਤੇ, ਕਹਿੰਦੇ ਕਿ ਅਮੀਨ ਸਿਆਣੀ ਜਿਹੜੇ ਸਟਰਗਲਰਸ ਦੀ ਬਹੁਤ ਜ਼ਿਆਦਾ ਮਦਦ ਕਰਦੇ ਸੀ। ਉਹਦੇ ਵਿੱਚ ਰਜ਼ਾ ਮੁਰਾਦ ਸਾਹਿਬ ਵੀ ਸੀਗੇ ਹੈ ਨਾ, ਔਰ ਹੋਰ ਵੀ ਬਹੁਤ ਸਾਰੇ ਸਟਾਰ ਸੀਗੇ ਜਿਨ੍ਹਾਂ ਦੀ ਉਹਨਾਂ ਨੇ, ਈਵਨ ਸੁਰੇਸ਼ ਓਬਰਾਏ, ਉਹਨਾਂ ਨੂੰ ਵੀ ਉਹ ਕਿਉਂਕਿ ਉਹ ਕੰਮ ਵਗੈਰਾ ਦਿੰਦੇ ਰਹਿੰਦੇ ਸੀ। ਜੇ ਆਪਾਂ ਗੱਲ ਕਰੀਏ ਆਵਾਜ਼ ਦੀ ਦੁਨੀਆ, ਸੱਚੀ ਮੁੱਚੀ ਆਵਾਜ਼ ਦੀ ਦੁਨੀਆ ਦੇ ਵਿੱਚ ਬਹੁਤ ਕੰਮ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਨੂੰ ਜਿੰਗਲਸ ਕਰਵਾ ਲਓ, ਸਾਡੇ ਤੋਂ ਵੌਇਸ ਓਵਰਸ ਕਰਵਾ ਲਓ, ਮੇਰੇ ਵਰਗੇ ਵੀ ਕਹਿੰਦੇ ਨੇ। ਸੋ ਉਸ ਜ਼ਮਾਨੇ ਤੋਂ ਹੀ ਜਿਹਨੂੰ ਕਹਿੰਦੇ ਕਿ ਵਰਕ ਜਨਰੇਟ ਕਰਨਾ, ਰੇਡੀਓ ਬਹੁਤ ਕੁਝ ਦਿੰਦਾ ਹੈ। ਰੇਡੀਓ ਸਿਰਫ ਨੌਲੇਜ ਹੀ ਨਹੀਂ ਦਿੰਦਾ। ਅੱਜ ਉਹ ਗੱਲ ਵੱਖਰੀ ਹੈ, ਅਸੀਂ ਪਿੱਛੇ ਜੇ ਵੀ ਜਦੋਂ ਰੇਡੀਓ ਦਿਹਾੜਾ ਮਨਾਇਆ, ਰੇਡੀਓ ਡੇ ਮਨਾਇਆ, ਤਾਂ ਉਦੋਂ ਵੀ ਇਹੀ ਗੱਲ ਕਹੀ ਕਿ ਰੇਡੀਓ ਦਾ ਕੰਮ ਹੈ ਐਂਟਰਟੇਨਮੈਂਟ, ਇਨਫੋਟੇਨਮੈਂਟ ਐਂਡ ਨੌਲੇਜ, ਬਟ ਐਜੂਕੇਟ ਕਰਨਾ ਲੋਕਾਂ ਨੂੰ, ਰਾਈਟ। ਬਟ ਲੋਕੀ ਭੁੱਲ ਚੁੱਕੇ ਨੇ, ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ। ਬਾਕੀ ਸਹੀ ਗੱਲ ਹੈ ਤੁਹਾਡੀ ਕਿ ਹਰ ਕੋਈ, ਜੇ ਮੈਂ ਸੁਣ ਰਹੀ ਹਾਂ ਤਾਂ ਮੈਨੂੰ ਲੱਗ ਰਿਹਾ ਕਿ ਨਹੀਂ, ਅਮੀਨ ਸਿਆਣੀ 1 to 1 ਮੇਰੇ ਨਾਲ ਹੀ ਗੱਲ ਕਰ ਰਹੇ ਹੈ। ਜੇ ਉਹ ਹੇਮਨ ਸੁਣ ਰਹੇ ਤਾਂ ਉਹਨਾਂ ਨੂੰ ਲੱਗ ਰਿਹਾ ਕਿ ਅਮੀਨ ਸਿਆਣੀ ਮੇਰੇ ਨਾਲ ਗੱਲ ਕਰ ਰਹੇ ਹੈ ਨਾ। ਸੋ ਇਹ ਉਹ ਅੰਦਾਜ਼ ਕਾਸ਼ ਕਿ ਅੱਜ ਦੇ ਜਿਹੜੇ ਪ੍ਰੈਜ਼ੈਂਟਰਸ ਨੇ, ਇਨਕਲੂਡਿੰਗ ਮੀ, ਸਾਡੇ ਸਾਰਿਆਂ ਦੇ ਵਿੱਚ ਉਹ ਆਵੇ ਔਰ ਅਸੀਂ ਨਕਲੀ ਨਾ ਬਣੀਏ। ਸਾਨੂੰ ਲੱਗੇ ਕਿ ਵਾਕਈ ਜੇ ਅਸੀਂ ਰੇਡੀਓ ਸ਼ੋਅ ਕਰਨਾ ਆ ਤੇ ਉਹ ਅਮੀਨ ਸਿਆਣੀ ਸਾਹਿਬ ਦੇ ਨਾਲ ਕਰਨਾ ਆ, ਬਾਕੀ ਉਹਨਾਂ ਵਾਂਗ ਹੀ ਕਰਨਾ ਆ। ਇੱਕ ਹੋਰ ਕਿੱਸਾ ਜੋ ਮੈਨੂੰ ਯਾਦ ਆਉਂਦਾ ਹੈ, ਕਹਿੰਦੇ ਕਿ ਅਮਿਤਾਭ ਬੱਚਨ ਨੂੰ ਰਿਜੈਕਟ ਕਰਨ ਵਾਲੇ ਵੀ ਇਹੀ ਸੀ।
किस्सा हम लोगों ने पढ़ा है बहुत सारी जगहों पे, लेकिन वो एग्जैक्टली रिजेक्ट करने वाला जैसा अभी नहीं। एक किसी इंटरव्यू उन्होंने कहा था कि वो आए थे तो उसमें क्योंकि वो उनसे समय लेके नहीं आए थे, उन्होंने कहा कि नहीं आप समय लेके नहीं आए मेरे पास, है ना। और दूसरी बार भी आए थे तो फिर भी बिना समय के आ गए, तो उस पर जरूर कहा था कि आपकी आवाज इस तरह की नहीं है। और लेकिन बाद में एक अमिताभ जी के साथ भी कोई कार्यक्रम ऐसा हुआ तो उन्होंने कहा कि देखिए, अगर अमिताभ बच्चन सिलेक्ट हो गए होते आकाशवाणी में, तो इस देश को एक महानायक ना मिलता। क्या बात है ना। तो वो उन्होंने तरह से भी एक बात को किया, और ये सही भी बात है कि मान लो अमिताभ बच्चन एक रेडियो प्रस्तोता बन गए होते, है ना, तो आदमी शायद वो अभिनय नहीं जाते, तरह के नहीं जाते। तो ये भी सुना है हम लोगों ने। अभी एक अनफॉर्चुनेटली वो मेरा ख्याल एक रह गई बात, वो कोई किताब लिखना चाह रहे थे, और मैंने किसी का एक इंटरव्यू पढ़ा था पीछे कि वो कुछ किताब लिखना चाह रहे थे अपने, और जिसका शायद उन्होंने नाम भी रख लिया था गार्लैंड्स ऑफ सॉन्ग्स, जो गीतमाला टाइप का, ताकि वो अंग्रेजी में लिखे, अंग्रेजी में लिखेंगे और फिर वो हिंदी में भी, लेकिन वो हो नहीं पाया अनफॉर्चुनेटली शायद, क्योंकि ऐसा मैंने सुना नहीं कि कोई किताब कोई आई या कुछ आने की प्रोसेस में है उनकी। बिल्कुल जी। तो हाँ, तो चले खैर, वो मुझे लगता है कि वो जो हमारे मानस पटल पे तो लिखी गए हैं बहुत कुछ, जो हम कभी भी सुन सकते हैं, पढ़ सकते हैं, और मेरा मानना है कि वो आवाज की दुनिया में हमेशा एक लाइट हाउस की तरह मौजूद रहेंगे, जिनकी आवाज की रोशनी में जो है वो तमाम लैंप पोस्ट जो है वो जगमगाते रहेंगे, ऐसा मेरा मानना है। बिल्कुल जी। 30 ਮਿੰਟ ਦਾ ਸ਼ੋਅ ਜੋ 1952 ਤੋਂ ਲੈ ਕੇ 1994 ਤੱਕ ਗੀਤਮਾਲਾ ਨੂੰ ਹੋਸਟ ਕੀਤਾ, ਐਂਡ 42 ਸਾਲ ਤੱਕ ਕੋਈ ਇੰਨੇ ਸ਼ਾਨਦਾਰ ਅੰਦਾਜ਼ ਤੇ ਆਵਾਜ਼ ਦੇ ਨਾਲ ਲੋਕਾਂ ਨੂੰ ਰੇਡੀਓ ਦਾ دیਵਾਨਾ ਬਣਾ ਸਕੇ ਤੇ ਉਹ ਸਿਰਫ ਅਮੀਨ ਸਿਆਨੀ ਸੀ। ਸੋ ਅਮੀਨ ਸਿਆਨੀ ਸਾਹਿਬ ਰੇਡੀਓ ਸਪਾਈਸ ਵੱਲੋਂ ਇਹਨਾਂ ਨੂੰ ਨਿੱਘੀ ਸ਼ਰਧਾਂਜਲੀ। ਹੇਮੰਤ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। Subscribe now and press the bell icon. Never miss an update.